ਬੰਦੇ 2-4 ਬੰਦੇ ਕੰਮ ਕਰਦੇ ਜਿਹੜੇ ਕਿ ਬਾਹਰ ਦੇ ਬੰਦੇ ਆ, ਉਹਨਾਂ ਨਾਲ ਕੋਈ ਸਾਡਾ ਉਹ ਨਹੀਂ। ਉਹ ਉਹਨਾਂ ਗੱਡੀਆਂ ਨੂੰ ਘੱਟ ਰੇਟ ਕਰਕੇ ਆਪਣਾ ਭਰਾ ਕੇ ਭੇਜੀ ਜਾਂਦੇ। ਜਿਹੜੀ ਸਾਡੀ ਗੱਡੀ ਆ ਟਰੱਕ ਸੁਸਾਇਟੀ ਦੀ, ਉਹਨੂੰ ਇੱਕ ਵੀ ਨਵੀਂ ਗੱਡੀ ਨੂੰ ਬਿਲਕੁਲ ਕੰਮ ਨਹੀਂ ਦੇ ਰਹੇ। ਜਿਹੜਾ ਡੰਪ ਤੁਹਾਡੇ ਏਰੀਆ ਦੇ ਵਿੱਚ ਲੱਗਿਆ ਹੋਇਆ, ਉਹ ਫਿਰ ਤੁਸੀਂ ਕਿਹਾ ਸਾਡੀ ਸੁਸਾਇਟੀ ਰਜਿਸਟਰਡ ਹੈਗੀ ਹੈ, ਉਹ ਰਜਿਸਟਰਡ ਸੁਸਾਇਟੀ ਹੈ, ਫਿਰ ਤੁਹਾਡਾ ਹੱਕ ਬਣਦਾ। ਫਿਰ ਉਹ ਦੂਜੇ ਜਿਹੜੇ ਹਿਮਾਚਲ ਦੇ ਟਰੱਕ ਆ ਉਹ ਕਿਵੇਂ ਭਰ ਰਹੇ? ਤੁਸੀਂ ਰੋਕਿਆ ਨਹੀਂ ਉਹਨਾਂ? ਜੇ ਹੁਣ ਵੀ ਸਾਡੀ ਯੂਨੀਅਨ ਦੀ ਪੂਰੀ ਸੁਸਾਇਟੀ ਦੀ ਸੁਣਾਈ ਨਹੀਂ ਹੁੰਦੀ ਤਾਂ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਰੋਡ ਰੋਕਾਂਗੇ ਤੇ ਡੰਪਾਂ ਦੇ ਬੈਠਾਂਗੇ। ਓਵਰਲੋਡ ਮਾਲ ਭਰ ਕੇ ਜਾਂਦੀ, ਔਰ ਉਹ ਹਿਮਾਚਲ ਦੀ ਗੱਡੀ ਆ, ਉੱਪਰੋਂ ਵੀ ਮਾਲ ਲਿਆਂਦੀ ਇੱਥੋਂ। ਇੱਕ ਵੀ ਉਹ ਇੱਕ ਬਿਲਟੀ ਜਾਂ ਉਹਨਾਂ ਕੋਈ ਈਵੇ ਬਿੱਲ ਹੋਣੇ, ਇੱਕ ਵੀ ਈਵੇ ਬਿੱਲ ਜਾਂ ਕੋਈ ਬਿਲਟੀ ਕੱਢ ਕੇ ਦਿਖਾਵਾ। ਜਦੋਂ ਕਾਂਗਰਸ ਦੀ ਸਰਕਾਰ ਸੀਗੀ ਨਾ ਜੀ, ਤਾਂ ਆਪਾਂ ਨੇ ਧਰਨਾ ਲਾਇਆ ਸੀਗਾ ਜੀ, ਪਰ ਉਸ ਧਰਨੇ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ। ਤੇ ਜਿਹੜਾ ਵੀ ਹੁਣ ਉਹ ਤੋਂ ਬਾਅਦ ਕੀ ਹੋ ਗਿਆ ਜੀ, ਇਹ ਜਿਹੜੇ ਆਲੇ ਦੁਆਲੇ ਡੰਪ ਲੱਗ ਗਏ ਜੀ। ਫੈਕਟਰੀ ਨੇ ਕੰਮ ਤਾਂ ਕਿਆ ਦੇਣਾ ਸੀ, ਸਗੋਂ ਉਲਟੇ ਸਾਡੇ ਸਿਰ ਤੇ ਇਹਨਾਂ ਨੇ ਡੰਪ ਲਾਤੇ ਜੀ। ਜੇ 1-2 ਦਿਨਾਂ ਦੇ ਵਿੱਚ ਕੋਈ ਗੱਲ ਨਾ ਬਣੀ, ਡੰਪ ਨਾ ਬੰਦ ਹੋਏ, ਸਾਡੇ ਘਰ 'ਚ ਡੰਪ ਹੈ, ਦੂਰ ਹੋਣ ਅਸੀਂ ਗੱਲ ਨਾ ਕਰੀਏ। ਰੋਜ਼ ਸਾਡੇ ਕੋਲ ਦੇ ਹਿਮਾਚਲ ਦੀ ਗੱਡੀ ਓਵਰਲੋਡ ਮਾਲ ਭਰ ਕੇ ਜਾ ਰਹੀ, ਨਾ ਸਾਡੇ ਕੋਲ ਡੀਜ਼ਲ ਪਾਉਂਦੀ ਪੰਜਾਬ 'ਚ, ਨਾ ਕੋਈ ਉਹਦਾ ਟੈਕਸਾਂ ਦਾ, ਨਾ ਉਹ ਕਿਸੇ ਤਰ੍ਹਾਂ ਦਾ ਸਾਡੇ 2 ਰੁਪਏ ਦਾ ਸਾਡੇ ਪੰਜਾਬ ਨੂੰ ਦਾ ਫਾਇਦਾ ਹੈ। ਚਾਹੇ ਪੰਜਾਬ ਹੈ, ਚਾਹੇ ਹਰਿਆਣਾ ਹੈ, ਚਾਹੇ ਰਾਜਸਥਾਨ ਹੈ, ਚਾਹੇ ਜੰਮੂ ਕਸ਼ਮੀਰ ਹੈ, ਸਭ ਜਗ੍ਹਾ ਤੇ ਟਰਾਂਸਪੋਰਟਰਾਂ ਦੇ ਰਾਹੀਂ ਕੰਮ ਹੋ ਰਿਹਾ। ਇਹ ਵੀ ਜਿਹੜੇ ਕਹਿ ਰਹੇ ਆ, ਇਹ ਵੀ ਗੱਡੀਆਂ ਭਰ ਕੇ ਲਿਆਉਂਦੇ ਆ, ਜੰਮੂ ਤੋਂ ਸਾਡਾ ਮਾਲ ਵੀ ਲੈ ਕੇ ਆਏ ਆ। ਇਹ ਜੋ ਰੇਟ ਉੱਥੇ ਦੇ ਹੁੰਦੇ ਉਹਦੇ ਮੁਤਾਬਕ ਭਰਦਾ ਸਰ। ਅਸੀਂ ਵੀ ਇਹਨਾਂ ਨੂੰ ਕਹਿੰਦੇ ਜੇ ਜੋ ਰੇਟ ਚੱਲ ਰਿਹਾ ਤੁਸੀਂ ਵੀ ਭਰ ਲਓ, ਅਸੀਂ ਕਿਸੇ ਨੂੰ ਮਨਾ ਨਹੀਂ ਕਰਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਬੁੱਧ ਸਿੰਘ ਰਾਣਾ। ਤਸਵੀਰਾਂ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਭਰਤਗੜ੍ਹ ਦੀਆਂ ਨੇ। ਜਿਹੜੇ ਲੋਕ ਇੱਥੇ ਬੈਠੇ ਨੇ, ਇੱਕ ਧਰਨਾ ਦਿੱਤਾ ਜਾ ਰਿਹਾ ਦੀ ਕੀਰਤਪੁਰ ਸਾਹਿਬ ਟਰੱਕ ਆਪਰੇਟਰ ਕੋਆਪਰੇਟਿਵ ਸੁਸਾਇਟੀ ਦੇ ਟਰਾਂਸਪੋਰਟਰਾਂ ਵੱਲੋਂ। ਕੀ ਕਾਰਨ ਹੋ ਗਿਆ, ਗੱਲਬਾਤ ਜ਼ਰੂਰ ਕਰਾਂਗੇ, ਕਿਉਂਕਿ ਟਰਾਂਸਪੋਰਟਰ ਲਗਭਗ ਕਈ ਦਿਨਾਂ ਤੋਂ ਲੈ ਕੇ ਆਪਣੇ ਕੰਮਾਂ ਨੂੰ ਲੈ ਕੇ ਜਿਹੜਾ ਉਹ ਵੱਖ-ਵੱਖ ਥਾਵਾਂ ਤੇ ਧਰਨਾ ਦੇ ਚੁੱਕੇ ਨੇ। ਤਸਵੀਰਾਂ ਫੇਰ ਦਿਖਾ ਦਿੰਦਾ, ਕਿਉਂਕਿ ਭਰਤਗੜ੍ਹ ਦੀਆਂ ਇਹ ਤਸਵੀਰਾਂ ਨੇ, ਨਜ਼ਦੀਕੀ ਪਿੰਡ ਭਰਤਗੜ੍ਹ ਦੀਆਂ, ਜਿੱਥੇ ਟਰਾਂਸਪੋਰਟਰਾਂ ਵੱਲੋਂ ਅੱਜ ਫੇਰ ਜਿਹੜਾ ਇੱਕ ਇਕੱਤਰਤਾ ਕੀਤੀ ਗਈ ਆ, ਧਰਨਾ ਦਿੱਤਾ ਜਾ ਰਿਹਾ। ਕੀ ਕਾਰਨ ਹੋ ਗਿਆ, ਕਿਉਂ ਧਰਨਾ ਦਿੱਤਾ ਜਾ ਰਿਹਾ, ਆਪਾਂ ਗੱਲਬਾਤ ਜ਼ਰੂਰ ਕਰਾਂਗੇ, ਕਿਉਂਕਿ ਜਿਹੜੀ ਦੀ ਕੀਰਤਪੁਰ ਸਾਹਿਬ ਟਰੱਕ ਆਪਰੇਟਰ ਕੋਆਪਰੇਟਿਵ ਸੁਸਾਇਟੀ ਹੈਗੀ ਹੈ, ਉਹਦੇ ਕੁਝ ਨੁਮਾਇੰਦੇ ਸਾਡੇ ਨਾਲ ਨੇ। ਗੱਲਬਾਤ ਕਰਦੇ ਹਾਂ। ਵੀਰ ਜੀ, ਅੱਜ ਜਿਹੜਾ ਇਕੱਠ ਕੀਤਾ ਗਿਆ, ਕੀ ਕਾਰਨ ਹੋ ਗਿਆ, ਕੀ ਸਮੱਸਿਆ ਆ ਗਈ ਹੈ? ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਐਵੇਂ ਆ ਵੀਰ ਜੀ, ਇੱਥੇ ਜਿਹੜੀ ਸਾਡੀ ਟਰਾਂਸਪੋਰਟ ਸੁਸਾਇਟੀ ਹੈ, ਯੂਨੀਅਨ ਕਹਿ ਲਓ ਸੁਸਾਇਟੀ ਆ, ਉਹ ਲਿਮਟਿਡ ਹੋ ਗਈ ਵੀ ਹੁਣ। ਉਹਦੇ ਵਿੱਚ 826 ਟਰੱਕ ਹੈ, ਉਹ ਚੱਲ ਰਿਹਾ, ਮਤਲਬ ਮੌਜੂਦ ਇਸ ਟਾਈਮ 826 ਟਰੱਕ ਸਾਡੇ ਕੋਲ। ਉਹਦਾ ਜਿਹੜਾ ਕੰਮ ਹੈ, ਸਾਨੂੰ ਬਿਲਕੁਲ ਅਸੀਂ ਭੁੱਖੇ ਮਰ ਰਹੇ। ਜਿਹੜਾ ਸਾਨੂੰ ਕੁਝ ਕੰਮ ਅਲਟਰਾਟੈਕ ਦੇ ਰਿਹਾ ਤਾਂ ਪਹਿਲਾਂ JP ਫੈਕਟਰੀ ਲੱਗੀ ਦੀ, ਉਹ ਵੀ ਕੰਮ ਹੁਣ ਬਹੁਤ ਖੜਾ ਖੰਡਾ, ਥੋੜ੍ਹਾ ਚੱਲਦਾ, ਕਿਤੇ ਸਾਲ 'ਚ 2 ਮਹੀਨਾ ਚੱਲਦਾ, ਫਿਰ ਬੰਦ ਹੋ ਜਾਂਦਾ। ਇੱਥੇ ਜਿਹੜਾ ਉੱਪਰ ਦੀਆਂ ਫੈਕਟਰੀਆਂ ਲੱਗੀਆਂ ਵਾ, 2 ਜਾਂ 3 ਫੈਕਟਰੀਆਂ ਲੱਗੀਆਂ ਵਾ ਹਿਮਾਚਲ 'ਚ, ਉਹਨਾਂ ਦਾ ਜਿਹੜਾ ਮਟੀਰੀਅਲ ਜਾ ਰਿਹਾ ਉਹਨਾਂ ਨੂੰ, ਜਿਹਦੇ ਵਿੱਚ ਕੋਲਾ ਜਾਂ ਹੋਰ ਮਿੱਟੀ ਜਿਪਸਮ ਉਹ ਜਿਹੜਾ ਜਾ ਰਿਹਾ, ਉਹ ਹੁਣ ਇੱਥੋਂ ਜਿਹੜੀ ਹਿਮਾਚਲ ਦੀ ਗੱਡੀ ਉੱਪਰੋਂ ਭਰ ਕੇ ਆਉਂਦੀ, ਕਲਿੰਕਰ ਜਿਹੜਾ ਸੀਮੈਂਟ ਦਾ ਕਹਿ ਲਓ ਮਟੀਰੀਅਲ ਬਣਨ ਵਾਲਾ, ਉਹ ਲੈ ਕੇ ਆਉਂਦੀ, ਉਹ ਆਪਣੇ ਪੂਰੇ ਭਾੜੇ 'ਚੋਂ ਆਉਂਦੀ ਯੂਨੀਅਨ 'ਚੋਂ। ਉਹ 20-25 ਹਜ਼ਾਰ ਰੁਪਏ 'ਚ ਲਮਸਮ ਇੱਥੇ ਕੀਰਤਪੁਰ ਸਾਹਿਬ ਦੇ ਏਰੀਏ 'ਚ ਖਾਲੀ ਹੁੰਦੀ। ਉਹਦੇ ਬਾਅਦ ਉਸ ਗੱਡੀ ਨੂੰ ਕੁਝ ਵਾਪਸੀ ਜਿਹੜੀ ਮਿਲਦੀ ਹੈ, ਜੋ ਵੀ ਰੇਟ ਮਿਲਦਾ ਉਹਨੂੰ ਉਹ 12 ਪੈ ਜਾਂਦਾ। ਉਹ ਕੁਝ ਰੇਟ ਜਿਹੜਾ ਥੋੜ੍ਹਾ ਬਹੁਤਾ ਕਰਕੇ ਉਹ ਇੱਥੋਂ ਭਰ ਕੇ ਚੱਲ ਜਾਂਦੀ। ਜਿਹੜੇ ਇੱਥੇ ਡੰਪ ਲੱਗੇ ਵੇ ਉਸ ਮਟੀਰੀਅਲ ਦੇ, ਉਹ ਸਾਡੇ ਜਿਹੜੀ ਸੁਸਾਇਟੀ ਦੇ ਏਰੀਏ 'ਚ ਹਨ। ਉਹ ਬੰਦੇ 2-4 ਬੰਦੇ ਕੰਮ ਕਰਦੇ ਜਿਹੜੇ ਕਿ ਬਾਹਰ ਦੇ ਬੰਦੇ ਆ, ਉਹਨਾਂ ਨਾਲ ਕੋਈ ਸਾਡਾ ਉਹ ਨਹੀਂ। ਉਹ ਉਹਨਾਂ ਗੱਡੀਆਂ ਨੂੰ ਘੱਟ ਰੇਟ ਕਰਕੇ ਆਪਣਾ ਭਰਾ ਕੇ ਭੇਜੀ ਜਾਂਦੇ। ਜਿਹੜੀ ਸਾਡੀ ਗੱਡੀ ਆ ਟਰੱਕ ਸੁਸਾਇਟੀ ਦੀ, ਉਹਨੂੰ ਇੱਕ ਵੀ ਨਵੀਂ ਗੱਡੀ ਨੂੰ ਬਿਲਕੁਲ ਕੰਮ ਨਹੀਂ ਦੇ ਰਹੇ। ਜਿਹੜੀ ਉੱਪਰੋਂ ਗੱਡੀ ਆ ਰਹੀ ਉਹ ਸਾਰੀ ਹਿਮਾਚਲ ਦੀ ਆ ਰਹੀ ਟੋਟਲੀ। ਤੁਸੀਂ ਗੱਲ ਕੀਤੀ ਹੈ ਕਿ ਸਾਡੀ ਸੁਸਾਇਟੀ ਦੇ ਏਰੀਏ 'ਚ ਜਿਹੜੇ ਡੰਪ ਲੱਗੇ ਹੋਏ ਆ, ਮਾਲ ਜਿਹੜਾ ਆਉਂਦਾ, ਜਿਹੜਾ ਡੰਪ ਤੁਹਾਡੇ ਏਰੀਏ ਦੇ ਵਿੱਚ ਲੱਗਿਆ ਹੋਇਆ, ਉਹ ਫਿਰ ਤੁਸੀਂ ਕਿਹਾ ਸਾਡੀ ਸੁਸਾਇਟੀ ਰਜਿਸਟਰਡ ਹੈਗੀ ਹੈ, ਉਹ ਰਜਿਸਟਰਡ ਸੁਸਾਇਟੀ ਹੈ, ਫਿਰ ਤੁਹਾਡਾ ਹੱਕ ਬਣਦਾ। ਫਿਰ ਉਹ ਦੂਜੇ ਜਿਹੜੇ ਹਿਮਾਚਲ ਦੇ ਟਰੱਕ ਆ ਉਹ ਕਿਵੇਂ ਭਰ ਰਹੇ? ਤੁਸੀਂ ਰੋਕਿਆ ਨਹੀਂ ਉਹਨਾਂ ਨੂੰ? ਅਸੀਂ ਜੀ ਬਹੁਤ ਵਾਰੀ ਦੇਖੋ, ਪਹਿਲਾਂ ਸਾਡਾ ਕੰਮ ਰੋਕਣਾ ਨਹੀਂ ਤਾਂ, ਪਹਿਲਾਂ ਕੰਮ ਸਾਡਾ ਇਹ ਤਾਂ ਪ੍ਰਸ਼ਾਸਨ ਤੱਕ। ਪਹਿਲਾਂ ਅਸੀਂ ਮੰਤਰੀ ਸਾਹਿਬ ਕੋਲ ਗਏ, ਬੈਂਸ ਸਾਹਿਬ ਕੋਲ, ਸਾਡੇ ਹਰਜੋਤ ਸਿੰਘ ਬੈਂਸ ਜੀ, ਉਹਨਾਂ ਨੇ DC ਸਾਹਿਬ ਨੂੰ ਸਾਡੇ ਸਾਹਮਣੇ ਕਿਹਾ, ਬਿਲਕੁਲ ਉਹਨਾਂ ਨੇ ਕਿਹਾ ਵੀ ਇਹ ਡੰਪ ਜਿਹੜੇ ਇੱਥੋਂ ਬੰਦ ਕਰਾਏ ਜਾਣ, ਜਾਂ ਇਹਨਾਂ ਕੰਮ ਦਵਾਇਆ ਜਾਵੇ। ਉਹ ਤੋਂ ਬਾਅਦ DC ਸਾਹਿਬ ਨੂੰ ਵੀ ਮਿਲੇ, ਮੰਗ ਪੱਤਰ ਵੀ ਦਿੱਤੇ, ਹੋਰ ਜਾਣੀ ਹਰੇਕ ਤਰ੍ਹਾਂ ਦਾ ਜਿਹੜਾ ਹੱਥ ਕੰਡਾ ਹਰੇਕ ਬੰਦੇ ਨੂੰ ਕਹਿ ਲਿਆ। ਕਮੇਕਰ ਸਿੰਘ ਡਾਢੀ ਹੈ, ਪ੍ਰਧਾਨ ਹੈ ਇਹਦਾ,
ਆਪਣੇ ਰੋਪੜ ਦਾ ਚੇਅਰਮੈਨ ਵੀ ਹੈਗੇ ਆਪਣੇ ਮਾਰਕੀਟਿੰਗ ਕਮੇਟੀ ਦੇ, ਉਹਨਾਂ ਨੂੰ ਵੀ ਯੂਨੀਅਨ ਦੇ ਵਿੱਚ ਬੁਲਾ ਕੇ ਸਾਰੇ ਕੰਮ ਤੇ ਜਾਣੂ ਕਰਵਾ ਕੇ ਉਹਨਾਂ ਨੇ ਵੀ ਡੀਸੀ ਸਾਹਿਬ ਨੂੰ ਸਾਡੇ ਸਾਹਮਣੇ ਫੋਨ ਲਾਇਆ, ਐਸਐਸਪੀ ਸਾਹਿਬ ਨਾਲ ਗੱਲ ਕਰੀ ਵੀ ਜਿਹੜਾ ਇਹ ਕੰਮ ਹੈ ਬੰਦ ਕਰਾ ਕੇ ਇਹਨਾਂ ਨੂੰ ਦਵਾਇਆ ਜਾਵੇ। ਪਰ 1 ਮਹੀਨਾ ਤਕਰੀਬਨ ਹੁਣ ਹੋ ਗਿਆ ਇਹ ਗੱਲ ਕਰਦਿਆਂ ਨੂੰ ਆਪਾਂ ਨੂੰ ਪ੍ਰਸ਼ਾਸਨ ਨਾਲ। 1 ਮਹੀਨੇ ਦੇ ਵਿੱਚ 2 ਦਿਨ ਡੰਪ ਬੰਦ ਹੋ ਜਾਂਦੇ ਹਲਕੇ ਫੁਲਕੇ, ਉਹ ਵੀ ਰਾਤ ਨੂੰ ਲੋਡਿੰਗ ਕਰਾ ਦਿੰਦੇ। ਹੁਣ ਉਹ 2-3 ਦਿਨਾਂ ਦੇ ਵਿੱਚ ਹੁਣ ਉਹ ਦਿਨੋਂ ਫਿਰ ਚੱਲ ਪਏ। ਜਦੋਂ ਉਹਨਾਂ ਨਾਲ ਗੱਲ ਕਰੀ ਜਾ ਕੇ 1-2 ਬੰਦਿਆਂ ਨੇ ਡੰਪ ਵਾਲਿਆਂ ਨਾਲ, ਉਹ ਕਹਿੰਦੇ ਅਸੀਂ ਤਾਂ ਇੱਦਾਂ ਹੀ ਕੰਮ ਕਰਾਂਗੇ। ਜਿਹੜੀ ਗੱਡੀ ਉਹਦੇ ਵਿੱਚ ਬਿਲਕੁਲ ਹਿਮਾਚਲ ਦੀ ਗੱਡੀ ਜਾਂਦੀ ਭਰ ਕੇ, ਓਵਰਲੋਡ ਮਾਲ ਭਰ ਕੇ ਜਾਂਦੀ, ਔਰ ਉਹ ਹਿਮਾਚਲ ਦੀ ਗੱਡੀ ਆ, ਉੱਪਰੋਂ ਵੀ ਮਾਲ ਲਿਆਂਦੀ ਇੱਥੋਂ ਵੀ। ਇੱਕ ਬਿਲਟੀ ਜਾਂ ਉਹਨਾਂ ਕੋਈ ਈਵੇ ਬਿੱਲ ਹੋਣੇ, ਇੱਕ ਵੀ ਈਵੇ ਬਿੱਲ ਜਾਂ ਕੋਈ ਬਿਲਟੀ ਕੱਢ ਕੇ ਦਿਖਾਵਾ ਵੀ ਕੋਈ ਪੰਜਾਬ ਨੰਬਰ ਜਾਂ ਸਾਡੀ ਯੂਨੀਅਨ ਦੀ ਇੱਕ ਵੀ ਗੱਡੀ ਟਰੱਕ ਸੁਸਾਇਟੀ ਦੀ ਭਰਾਈ ਹੋਵੇ ਉਹਨੇ। ਤੁਸੀਂ ਗੱਲ ਕੀਤੀ ਕਿ ਸਾਨੂੰ 1 ਮਹੀਨਾ ਹੋ ਗਿਆ, ਤੁਸੀਂ ਮੰਤਰੀ ਸਾਹਿਬ ਨੂੰ ਵੀ ਕਹਿ ਲਿਆ, ਭਾਵੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਆ ਉਹਨਾਂ ਨੂੰ ਵੀ ਕਹਿ ਲਿਆ, ਉਹਨਾਂ ਵੱਲੋਂ ਪ੍ਰਸ਼ਾਸਨ ਅਧਿਕਾਰੀਆਂ ਨੂੰ ਕਿਹਾ ਜਾ ਚੁੱਕਿਆ, ਤੁਸੀਂ ਕਹਿੰਦੇ ਸਾਡੇ ਸਾਹਮਣੇ ਕਹਿਤਾ। ਜੇ ਮੰਤਰੀ ਸਾਹਿਬ ਨੇ ਕਹਿਤਾ ਜਾਂ ਚੇਅਰਮੈਨ ਸਾਹਿਬ ਉਹਨਾਂ ਨੇ ਕਹਿਤਾ, ਫਿਰ ਪ੍ਰਸ਼ਾਸਨ ਕਿਉਂ ਨਹੀਂ ਮੰਨ ਰਿਹਾ? ਜਾਂ ਤਾਂ ਪ੍ਰਸ਼ਾਸਨ ਜਾਂ ਫਿਰ ਮੰਤਰੀ ਸਾਹਿਬ ਕੱਚੇ ਇਸ ਗੱਲ ਨੂੰ ਲੈ ਕੇ, ਜਾਂ ਪ੍ਰਸ਼ਾਸਨ ਕੱਚਾ ਹੈ? ਫਿਰ ਤੁਹਾਨੂੰ ਲੱਗਦਾ ਨਹੀਂ? ਦੇਖੋ ਜੀ, ਹੁਣ ਵਿੱਚ ਦੀ ਗੱਲ ਮੈਂ ਨਹੀਂ ਦੱਸ ਸਕਦਾ। ਮੰਤਰੀ ਸਾਹਿਬ ਜਦੋਂ ਗੱਲ ਕਰਦੇ ਬਿਲਕੁਲ ਉਹ ਗੱਲ ਕਰਦੇ, ਉਹ ਫੋਨ ਵੀ ਲਾਉਂਦੇ ਆ। ਜੇ ਹੁਣ ਰਾਣਾ ਜੀ ਗੱਲ ਇੱਥੇ ਤੱਕ ਪੁੱਜੀ ਹੈ ਤਾਂ ਇਹ ਬੰਦੇ ਉਹਨਾਂ ਦੇ ਜਿਹੜੇ ਸ਼ਵਾਸ਼ਨ ਆ ਉਹ ਫੇਲ ਹੋ ਗਏ ਤਕਰੀਬਨ ਇੱਕ ਤਰ੍ਹਾਂ ਦੇ। ਇਹ ਤਾਂ ਆਪਾਂ ਨੇ ਜਿਹੜਾ ਹੁਣ ਇਕੱਠ ਹੈ, ਲੋਕ ਕੁਝ ਅਸੀਂ 22 ਬੰਦੇ ਨੁਮਾਇੰਦੇ ਇਹਦੇ ਮੋਹਰਾ ਹੋ ਕੇ ਮੈਂਬਰ ਬਣੇ ਵੇ। ਹੁਣ ਉਹ ਸਾਡੀ ਜਾਨ ਖਾਂਦੇ ਵੀ ਦੱਸੋ ਕਿਆ ਕਰਦੇ ਤੁਸੀਂ, ਕਿੱਥੇ ਨੂੰ ਜਾਣਾ, ਕਿਆ ਧਰਨਾ ਦੇਣਾ। ਆਖਰ ਹੁਣ ਦੇਖੋ ਸਾਡੇ ਵੀ ਹੱਥ ਖੜੇ ਆ, ਅਸੀਂ ਕਿਸੇ ਚੀਜ਼ ਦਾ ਜਵਾਬ ਦੇਣਾ। ਸਾਡੇ ਹੁਣ ਇਸ ਗੱਲ 'ਚ ਹੱਥ ਖੜੇ ਆ ਬਿਲਕੁਲ। ਜੇ 1-2 ਦਿਨਾਂ ਦੇ ਵਿੱਚ ਕੋਈ ਗੱਲ ਨਾ ਬਣੀ, ਡੰਪ ਨਾ ਬੰਦ ਹੋਏ, ਸਾਡੇ ਘਰ 'ਚ ਡੰਪ ਹੈ, ਦੂਰ ਹੋਣ ਅਸੀਂ ਗੱਲ ਨਾ ਕਰੀਏ। ਰੋਜ਼ ਸਾਡੇ ਕੋਲ ਦੇ ਹਿਮਾਚਲ ਦੀ ਗੱਡੀ ਓਵਰਲੋਡ ਮਾਲ ਭਰ ਕੇ ਜਾ ਰਹੀ, ਨਾ ਸਾਡੇ ਕੋਲ ਡੀਜ਼ਲ ਪਾਉਂਦੀ ਪੰਜਾਬ 'ਚ, ਨਾ ਕੋਈ ਉਹਦਾ ਟੈਕਸਾਂ ਦਾ, ਨਾ ਉਹ ਕਿਸੇ ਤਰ੍ਹਾਂ ਦਾ ਸਾਡੇ 2 ਰੁਪਏ ਦੇ ਸਾਡੇ ਪੰਜਾਬ ਨੂੰ ਤਾਂ ਫਾਇਦਾ ਹੈ। ਸਾਡੇ ਜਿਹੜੇ ਭਰਾ ਏ 826 ਗੱਡੀ ਸੁਸਾਇਟੀ ਦੇ ਵਿੱਚ, 826 ਗੱਡੀ ਨਾਲ ਬੰਦੇ ਜੋੜੇ ਜਾਣ ਡਰਾਈਵਰਾਂ ਤੱਕ, ਸਾਡੇ ਹਜ਼ਾਰਾਂ ਬੰਦੇ ਦਾ ਰੁਜ਼ਗਾਰ ਹੈ ਜਿਹੜਾ ਉਹਨਾਂ ਚੰਦ ਬੰਦਿਆਂ ਕਰਕੇ ਜਿਹੜਾ ਖਰਾਬ ਹੋਇਆ ਵਾ। ਉਹਨਾਂ ਨੂੰ ਛੇਤੀ ਦੇ ਛੇਤੀ ਬੰਦ ਕਰਕੇ, ਬੰਦ ਨਾ ਕਰਾਉਣ ਡੰਪ, ਕੋਈ ਗੱਲ ਨਹੀਂ ਨਾ ਕਰਨ, ਪਰ ਸਾਡਾ ਜਿਹੜਾ ਰੇਟ ਹੈ ਉਹਦੇ ਨਾਲ ਸਹੀ ਰੇਟ ਕਰਕੇ ਸਾਨੂੰ ਕੰਮ ਦਵਾਇਆ ਜਾਵੇ ਜੀ। ਤੁਸੀਂ ਗੱਲ ਕੀਤੀ ਹੈ ਕਿ ਜੇ ਅਸੀਂ ਪਹਿਲਾਂ ਗੱਲਾਂ ਬਹੁਤ ਕਰ ਲਈਆਂ, ਵਿਸ਼ਵਾਸਨ ਮੰਤਰੀ ਸਾਹਿਬ ਉਹਨਾਂ ਨੇ ਵੀ ਦਵਾਏ, ਸਾਰਿਆਂ ਨੇ ਦਵਾਏ, ਕੋਈ ਹੁਣ ਤੱਕ ਹੱਲ ਨਹੀਂ ਨਿਕਲਿਆ। ਜੇ ਅੱਗੇ ਹੱਲ ਨਹੀਂ ਨਿਕਲਦਾ, ਅਗਲਾ ਕੀ ਪ੍ਰੋਗਰਾਮ ਹੈ ਤੁਹਾਡਾ? ਫਿਰ ਤਾਂ ਇਹੀ ਹੈ ਜੀ ਵੀ ਸੰਘਰਸ਼ ਵਿੱਢਣਾ, ਡੰਪਾਂ ਦੇ ਅੱਗਾ ਬਹਿਣਾ, ਇੱਥੇ ਤੱਕ ਕਿ ਆਪਾਂ ਰੋਡ ਦੇ ਵਿੱਚ ਬੈਠਾਂਗੇ ਸਮੇਤ ਸਾਡੇ ਬੱਚੇ। ਰੋਜ਼ ਅਸੀਂ ਜਵਾਬ ਦਿੰਦੇ ਘਰੇ ਜਾ ਕੇ, ਹਰੇਕ ਗੱਲ ਪੁੱਛਦੇ ਵੀ ਕਿਆ ਹੋਇਆ। ਨਿਆਣਿਆਂ ਨੂੰ ਵੀ ਐਡੀ ਗੱਲ ਦਾ ਪਤਾ ਲੱਗ ਗਿਆ। ਜਿਹੜੀ ਹੁਣ ਸਾਡੀ ਆਰਥਿਕ ਤੰਗੀ ਉਹ ਇੱਥੇ ਤੱਕ ਆ ਗਈ ਵੀ ਅਸੀਂ ਮਜਬੂਰ ਹੋ ਕੇ ਰੋਡ ਤੇ ਬੈਠਾਂਗੇ। ਜੋ ਸਾਨੂੰ ਕਰਨਾ ਪਵੇ ਅਸੀਂ ਅਗਲੀ ਹੁਣ ਆਪੇ ਜਿਹੜੀ ਇਹ ਪਬਲਿਕ ਹੈ, ਜਿਹੜੇ ਸਾਡੇ ਭਰਾ ਏ, ਇਹ ਹੁਣ ਆਪੇ ਆਪਣੀ ਰਣਨੀਤੀ ਤੈਅ ਕਰਨਗੇ ਜੇ ਇਹਨਾਂ ਦੀ ਗੱਲ ਨਾ ਬਣਦੀ ਦਿਖੀ ਹੋ। ਬਿਲਕੁਲ ਜੀ। ਇਸ ਤੋਂ ਇਲਾਵਾ ਸਾਡੇ ਨਾਲ ਬਲਾਕ ਸੰਮਤੀ ਮੈਂਬਰ ਵੀ ਹਾਜ਼ਰ ਨੇ, ਕਿਉਂਕਿ ਸਟੇਜ ਤੋਂ ਬੋਲਦੇ ਸੀ ਕਿ ਪਿਛਲੀਆਂ ਸਰਕਾਰਾਂ ਰਹੀਆਂ, ਭਾਵੇਂ ਮਦਨ ਮੋਹਨ ਮਿੱਤਲ ਦਾ ਇਹਨਾਂ ਨੇ ਜ਼ਿਕਰ ਕੀਤਾ, ਉਸ ਤੋਂ ਬਾਅਦ ਰਾਣਾ ਕੇਪੀ ਦਾ ਜ਼ਿਕਰ ਕੀਤਾ, ਕਿਉਂਕਿ ਪਿਛਲੀਆਂ ਸਰਕਾਰਾਂ ਸਮੇਂ ਵੀ ਯੂਨੀਅਨ ਦਾ ਕੰਮ ਜਿਹੜਾ ਇਸੇ ਤਰ੍ਹਾਂ ਠੱਪ ਹੁੰਦਾ ਰਿਹਾ। ਇਹਨਾਂ ਨੇ ਜ਼ਿਕਰ ਕੀਤਾ ਕਿ ਉਹ ਵੀ ਚਲੇ ਗਏ ਤੇ ਹੁਣ ਜਿਹੜੇ ਮੌਜੂਦਾ ਸਰਕਾਰ ਹੈ, ਜੇ ਉਹ ਵੀ ਨਹੀਂ ਗੱਲ ਸੁਣਦੀ ਤਾਂ ਜਿਵੇਂ ਵੀਰ ਸਿੰਘ ਉਹਨਾਂ ਨੇ ਕਿਹਾ ਕਿ ਸਾਨੂੰ ਮਜਬੂਰਨ ਤੌਰ ਤੇ ਜਿਹੜਾ ਸੜਕਾਂ ਜਾਮ ਕਰਨੀਆਂ ਪੈਣਗੀਆਂ। ਤੁਸੀਂ ਜ਼ਿਕਰ ਕੀਤਾ ਪਿਛਲੀਆਂ ਸਰਕਾਰਾਂ ਦਾ, ਪਿਛਲੀਆਂ ਸਰਕਾਰਾਂ ਤੁਸੀਂ ਕਿਹਾ ਚੱਲ ਗਈਆਂ, ਉਹਨਾਂ ਨੇ ਜਿਹੜੀਆਂ ਯੂਨੀਅਨਾਂ ਦਾ ਸੁਣਵਾਈ ਨਹੀਂ ਕੀਤੀ। ਹੁਣ ਦੀ ਸਰਕਾਰ ਨੂੰ ਤੁਸੀਂ ਇਹ ਗੱਲ ਕਹੀ ਹੈ, ਜੇ ਨਹੀਂ ਸੁਣਵਾਈ ਹੁੰਦੀ ਤਾਂ ਅਗਲਾ ਕੀ ਸੰਘਰਸ਼ ਕਰੂਗਾ? ਜੇ ਹੁਣ ਵੀ ਸਾਡੀ ਯੂਨੀਅਨ ਦੀ ਪੂਰੀ ਸੁਸਾਇਟੀ ਦੀ ਸੁਣਾਈ ਨਹੀਂ ਹੁੰਦੀ ਤਾਂ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਰੋਡ ਰੋਕਾਂਗੇ ਤੇ ਡੰਪਾਂ 'ਤੇ ਬੈਠਾਂਗੇ ਤੇ ਸੰਘਰਸ਼ ਕਰਾਂਗੇ। ਤੇ ਮੈਂ ਸੀਐਮ ਸਾਹਿਬ ਨੂੰ ਇਹੀ ਇੱਕ ਬੇਨਤੀ ਕਰਦਾ ਕਿ ਸੀਐਮ ਸਾਹਿਬ, ਤੁਸੀਂ ਹੋਰ ਪਾਰਟੀਆਂ ਨਾਲੋਂ ਮੈਨੂੰ ਲੱਗਦਾ ਹੈ ਤੁਸੀਂ ਇਮਾਨਦਾਰ ਹੋ। ਤੁਸੀਂ ਇਮਾਨਦਾਰੀ ਦੀ ਛਵੀ ਜਿਹੜੀ ਹੈ ਉਹ ਪੂਰੇ ਵਰਲਡ ਵਿੱਚ ਇੱਕ ਦਿਖਾਈ ਹੈ ਲੋਕਾਂ ਨੂੰ। ਸਾਨੂੰ ਤੁਹਾਡੇ ਤੇ ਬਹੁਤ ਆਸ ਹੈ ਕਿ ਤੁਸੀਂ ਵੀ ਸਾਡੀ ਜਿਹੜੀ ਇਮਾਨਦਾਰੀ ਨਾਲ ਸਾਡੀ ਸੁਸਾਇਟੀ ਦਾ ਹੱਕ ਦਿਵਾਉਂਗੇ ਤੇ ਹੋਰ ਸਰਕਾਰਾਂ ਵਾਂਗ ਇਹਨਾਂ ਦੀ ਇੱਕੀ ਦੁੱਕੀ ਬੰਦਿਆਂ ਨਾਲ ਨਹੀਂ ਰਲ ਸਕਦੇ, ਨਾ ਤੁਸੀਂ ਉਹਨਾਂ ਦੀ ਮਦਦ ਕਰ ਸਕਦੇ। ਤੁਸੀਂ ਲੋਕਾਂ ਦੇ ਨਾਲ ਹੋ, ਸਾਨੂੰ ਪੂਰਾ ਤੁਹਾਡੇ ਤੇ ਵਿਸ਼ਵਾਸ ਹੈ ਕਿ ਤੁਸੀਂ ਸਾਡੀ ਸੁਸਾਇਟੀ ਦੀ ਮਦਦ ਕਰੋਗੇ। ਸਭ ਤੋਂ ਬੜੀ ਗੱਲ, ਸੀਐਮ ਸਾਹਿਬ ਨੂੰ ਆਮਦਨ ਜਿਹੜੀ ਹੈ ਪੰਜਾਬ ਨੂੰ, ਉਹ ਗੱਡੀਆਂ ਦੀ ਬਹੁਤ ਆਮਦਨ ਹੈ। ਤੇਲ ਦੀ ਦੇਖੋ ਕਿੰਨੀ ਆਮਦਨ ਹੈ, ਡੀਜ਼ਲ ਦੀ। ਜੇ ਸਾਡੀਆਂ ਗੱਡੀਆਂ ਚੱਲਣਗੀਆਂ ਤਾਂ ਜਿਹੜਾ ਡੀਜ਼ਲ ਦੀ ਆਮਦਨ ਹੈ ਉਹ ਸਰਕਾਰ ਦੀ ਵਧੂਗੀ। ਟੈਕਸ ਭਰਾਉਂਗੇ ਗੱਡੀਆਂ ਦੇ ਟੈਕਸ ਟੁੱਟੇ ਹੈ, ਉਹ ਵੀ ਆਮਦਨ ਜਿਹੜੀ ਹੈ ਪੰਜਾਬ ਸਰਕਾਰ ਨੂੰ ਹੋਵੇਗੀ।
ਪਾਸਿੰਗ ਦੀ ਆਮਦਨ ਵੀ ਪੰਜਾਬ ਸਰਕਾਰ ਨੂੰ ਹੋਊਗੀ ਤੇ ਰੋਡ ਟੈਕਸ ਦੇ ਜਿਹੜੇ ਲੱਗਦੇ ਆ, ਹੋਰ ਜਿਹੜੇ ਟੂਲ ਟੈਕਸ ਲੱਗਦੇ ਆ, ਜਿੰਨੇ ਵੀ ਗੱਡੀ ਦੇ ਟਾਇਰਾਂ ਤੋਂ ਖਰਚੇ ਹੁੰਦੇ ਆ, ਗੱਡੀ ਦੇ ਕਿੰਨੇ ਖਰਚੇ ਹੁੰਦੇ, ਉਹ ਸਾਰੀ ਇਨਕਮ ਜਿਹੜੀ ਹੈ ਪੰਜਾਬ ਸਰਕਾਰ ਦੇ ਖਾਤੇ 'ਚ ਜਾਣੀ ਹੈ। ਇਹ ਸਾਡਾ ਕੰਮ ਰੁਕਣ ਨਾਲ ਪੰਜਾਬ ਸਰਕਾਰ ਨੂੰ ਸਭ ਤੋਂ ਬੜਾ ਘਾਟਾ ਹੈ। ਮੈਂ ਸੀਐਮ ਸਾਹਿਬ ਨੂੰ ਇਹੀ ਫਰਿਆਦ ਕਰਦਾ ਸੁਸਾਇਟੀ ਦੇ ਤੌਰ ਤੇ, ਲੋਕਾਂ ਦੇ ਤੌਰ ਤੇ, ਕਿ ਸਾਡੇ ਕੰਮ ਵੱਲ ਧਿਆਨ ਦਿੱਤਾ ਜਾਵੇ। ਹੋ ਸਕਦਾ ਬੈਂਸ ਸਾਹਿਬ ਦੀ ਕੋਈ ਮਜਬੂਰੀ ਹੋਵੇ ਜਿਸ ਕਾਰਨ ਸਾਡੀ ਉਹ ਗੱਲ ਨਹੀਂ ਸੁਣ ਰਹੇ। ਬਿਲਕੁਲ ਬਿਲਕੁਲ, ਤੁਸੀਂ ਕਿਹਾ ਬੈਂਸ ਸਾਹਿਬ ਦੀ ਮਜਬੂਰੀ, ਕੀ ਲੱਗਦਾ ਬੈਂਸ ਸਾਹਿਬ ਦੀ ਕੋਈ ਮਜਬੂਰੀ ਲੱਗਦੀ ਹੈ ਤੁਹਾਨੂੰ ਵੀ ਉਹ ਜਿਹੜੀ ਗੱਲ ਨਹੀਂ ਸੁਣਦੇ? ਹੋ ਸਕਦਾ ਬੈਂਸ ਸਾਹਿਬ ਦੀ ਕੋਈ ਮਜਬੂਰੀ ਹੋਵੇ ਜਿਹੜੀ ਅੱਜ ਤੱਕ ਸਾਡੀ ਗੱਲ ਨਹੀਂ ਸੁਣੀ। ਜੇ ਉਹਨਾਂ ਨੂੰ ਨਾ ਸੁਣੀ ਹੋਵੇ ਤਾਂ ਉਹ ਸੁਣ ਲੈਣ ਬੈਂਸ ਸਾਹਿਬ ਕਿ ਇੱਥੇ ਕੋਈ ਸਾਡੀ ਪਾਰਟੀ ਨਹੀਂ ਹੈ, ਕੋਈ ਕਿਸੇ ਤਰ੍ਹਾਂ ਦੀ ਕੋਈ ਸਾਡਾ ਕੋਈ ਧਰਮ ਨਹੀਂ ਹੈ, ਸਾਡਾ ਕੋਈ ਮਜ਼ਹਬ ਨਹੀਂ ਹੈ। ਸਾਡਾ ਇੱਕ ਸਿਰਫ ਰੋਟੀ ਦੇਣਾ ਹੈ ਬੱਚਿਆਂ ਨੂੰ। ਅਸੀਂ ਆਪਣੇ ਪੰਜਾਬ ਦਾ ਵਾਧਾ ਚਾਹੁੰਦੇ ਹੈ, ਪੰਜਾਬ ਦੀ ਤਰੱਕੀ ਚਾਹੁੰਦੇ, ਪੰਜਾਬ ਦੇ ਲੋਕਾਂ ਦਾ ਜਿਹੜਾ ਰੁਕਿਆ ਹੋਇਆ ਕੰਮ ਹੈ ਉਹਨੂੰ ਚਲਾਉਣਾ ਚਾਹੁੰਦੇ। ਇਹ ਮੇਰੀ ਸੀਐਮ ਸਾਹਿਬ ਨੂੰ ਬੇਨਤੀ ਹੈ, ਪੂਰੀ ਸਰਕਾਰ ਨੂੰ ਬੇਨਤੀ ਹੈ, ਸਾਰੇ ਪ੍ਰਸ਼ਾਸਨ ਨੂੰ ਬੇਨਤੀ ਹੈ, ਡੀਸੀ ਸਾਹਿਬ ਨੂੰ ਬੇਨਤੀ ਹੈ, ਜਿਹੜੇ ਸਾਡੇ ਮੰਤਰੀ ਸਾਹਿਬ ਹੈ ਬੈਂਸ ਸਾਹਿਬ ਜੀ ਨੂੰ ਬੇਨਤੀ ਹੈ। ਬਿਲਕੁਲ, ਜਿਵੇਂ ਇਹਨਾਂ ਨੇ ਕਿਹਾ ਕਿ ਬੈਂਸ ਸਾਹਿਬ ਉਹਨਾਂ ਨੂੰ ਬੇਨਤੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਅਪੀਲ ਇਹਨਾਂ ਨੇ ਕੀਤੀ ਹੈ, ਕਿਉਂਕਿ ਕੰਮ ਜਿਹੜਾ ਹੈ ਉਹ ਬਿਲਕੁਲ ਯੂਨੀਅਨ ਦਾ ਠੱਪ ਹੋ ਚੁੱਕਿਆ। ਉਹ ਆਖਰਕਾਰ ਲੋਕਾਂ ਨੂੰ ਜਿਹੜਾ ਹੈ ਧਰਨੇ ਤੋਂ ਬੈਠਣਾ ਪੈ ਰਿਹਾ। ਔਰ ਲੋਕਾਂ ਦਾ ਕਹਿਣਾ ਕਿ ਜਿਹੜੀ ਸੁਸਾਇਟੀ ਦਾ ਏਰੀਆ ਸਾਡਾ, ਖਾਸ ਕਰਕੇ ਆਪਾਂ ਗੱਲ ਕਰੀਏ ਕੀਰਤਪੁਰ ਸਾਹਿਬ, ਜਿਹੜੀ ਸੁਸਾਇਟੀ ਦਾ ਏਰੀਆ ਹੈਗਾ, ਰਜਿਸਟਰਡ ਸੁਸਾਇਟੀ ਹੈਗੀ ਆ, ਉਹਦਾ ਕੁਝ ਹਿੱਸਾ ਜਦੋਂ ਟਰੱਕ ਉੱਥੋਂ ਲੋਡ ਹੁੰਦੇ ਆ ਸਰਕਾਰ ਨੂੰ ਵੀ ਜਾਂਦਾ, ਸਰਕਾਰ ਦੇ ਖਾਤੇ ਜਾਂਦਾ ਹੈ। ਇਹਨਾਂ ਦਾ ਕਹਿਣਾ ਕਿ ਹਿਮਾਚਲ ਦੇ ਜਿਹੜੇ ਟਰੱਕ ਹੈ ਉਹ ਸਾਡੀ ਸੁਸਾਇਟੀ ਦੇ ਏਰੀਆ ਦੇ ਵਿੱਚ ਆ ਕੇ ਭਰ ਰਹੇ ਨੇ, ਤਾਂ ਉਹ ਜਿਹੜੇ ਭਰਦੇ ਨੇ ਤਾਂ ਉਹਦਾ ਇੱਕ ਵੀ ਪੈਸਾ ਜਿਹੜਾ ਉਹ ਪੰਜਾਬ ਸਰਕਾਰ ਨੂੰ ਨਹੀਂ ਜਾ ਰਿਹਾ। ਉਹਦਾ ਲੱਖਾਂ ਰੁਪਏ ਦਾ ਜਿਹੜਾ ਚੂਨਾ ਵੀ ਲੱਗ ਰਿਹਾ ਤੇ ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਇਹ ਜਿਹੜੇ ਸਾਡੇ ਟਰਾਂਸਪੋਰਟਰ ਹੈ ਉਹ ਅੱਜ ਜਿਹੜਾ ਭੁੱਖਮਰੀ ਦੀ ਕਗਾਰ ਤੇ ਪਹੁੰਚ ਚੁੱਕੇ ਨੇ। ਆਪਾਂ ਗੱਲਬਾਤ ਕਰਦੇ ਹਾਂ, ਸਾਡੇ ਨਾਲ ਹੋਰ ਵੀ ਟਰੱਕ ਆਪਰੇਟਰ ਹਾਜ਼ਰ ਨੇ। ਕੀ ਲੱਗਦਾ ਤੁਹਾਨੂੰ, ਜੇ ਪਿਛਲੀਆਂ ਸਰਕਾਰਾਂ ਰਹੀਆਂ ਨੇ ਉਸ ਟਾਈਮ ਕਹਿੰਦੇ ਕੰਮ ਚੱਲਿਆ, ਮੁੜ ਕੇ ਬੰਦ ਹੋ ਗਿਆ, ਹੁਣ ਦੁਬਾਰਾ ਫਿਰ ਉਹੀ ਹਾਲਾਤ ਹੋ ਗਏ ਨੇ? ਬੈਂਸ ਸਾਹਿਬ ਚੋਣਾਂ ਸਮੇਂ ਬੜੇ ਵਾਅਦੇ ਕੀਤੇ ਸੀ ਕਿ ਟਰੱਕ ਯੂਨੀਅਨ ਦਾ ਜਿਹੜਾ ਤੁਹਾਡਾ ਸੁਸਾਇਟੀ ਦਾ ਕੰਮ ਹੈ ਉਹਨੂੰ ਹਰ ਹੀਲੇ ਚਲਾਇਆ ਜਾਊਗਾ, ਪਰ ਹਾਲਾਤ ਅੱਜ ਉਹ ਆ ਗਏ ਕਿ ਪਿਛਲੀਆਂ ਸਰਕਾਰਾਂ ਸਮੇਂ ਵੀ ਧਰਨੇ ਦੇਣੇ ਪਏ ਆ, ਅੱਜ ਫਿਰ ਤੁਸੀਂ ਧਰਨੇ ਦੇ ਰਹੇ ਹੋ। ਬਿਲਕੁਲ ਜੀ, ਤੁਹਾਨੂੰ ਪਤਾ ਹੀ ਹੈ ਜੀ ਕਿ ਪਹਿਲਾਂ ਵੀ ਸਾਡੀ ਜਿਹੜੀ ਗੱਡੀ ਸਾਨੂੰ ਕੰਮ ਮਿਲਿਆ ਸੀਗਾ ਅਲਟਰਾ, ਇਹਦਾ ਜੇਪੀ ਫੈਕਟਰੀ ਤੋਂ ਕੰਮ ਮਿਲਿਆ ਸੀਗਾ। ਉਸ ਤੋਂ ਬਾਅਦ ਜੀ ਅਲਟਰਾਟੈਕ ਆ ਗਈ। ਅਲਟਰਾਟੈਕ ਦੇ ਆਉਣ ਤੋਂ ਵੀ ਜੀ ਅਸੀਂ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਨਾ ਜੀ, ਤਾਂ ਆਪਾਂ ਨੇ ਧਰਨਾ ਲਾਇਆ ਸੀਗਾ ਜੀ, ਪਰ ਉਸ ਧਰਨੇ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ। ਤੇ ਜਿਹੜਾ ਵੀ ਹੁਣ ਉਹ ਤੋਂ ਬਾਅਦ ਕੀ ਹੋ ਗਿਆ ਜੀ, ਜਿਹੜੇ ਆਲੇ ਦੁਆਲੇ ਡੰਪ ਲੱਗ ਗਏ ਜੀ। ਫੈਕਟਰੀ ਨੇ ਕੰਮ ਦਾ ਕਿਆ ਦੇਣਾ ਸੀ, ਸਗੋਂ ਉਲਟੇ ਸਾਡੇ ਸਿਰ 'ਤੇ ਇਹਨਾਂ ਨੇ ਡੈਂਪ ਲਾਤੇ ਜੀ। ਡੈਂਪ ਜਿਹੜੇ ਲਾ ਕੇ ਜੀ ਉਹ ਬਾਹਰ ਦੀਆਂ ਗੱਡੀਆਂ ਨੂੰ ਕੰਮ ਦੇ ਰਹੇ, ਜਾਂ ਜਿਵੇਂ ਕਿ ਹਿਮਾਚਲ ਦੀਆਂ ਗੱਡੀਆਂ ਨੂੰ, ਸਾਡੀ ਪੰਜਾਬ ਦੀ ਗੱਡੀ ਨੂੰ, ਜਿਵੇਂ ਕਿ ਸਾਡੀ ਗੱਡੀ 826 ਦੇ ਕਰੀਬ ਗੱਡੀ ਹੈ ਜੀ ਸਾਡੀ, ਜਿਹਦੇ ਵਿੱਚੋਂ ਜੀ ਸਾਡੇ 56 ਪਿੰਡ ਆਉਂਦੇ ਜੀ। 56 ਪਿੰਡ ਦੇ ਵਿੱਚ ਜਿਹੜੇ ਤੁਹਾਨੂੰ ਪਤਾ ਹੀ ਹੈ ਕਿੰਨੇ ਲੋਕ ਆਉਂਦੇ, ਕਰੀਬ ਮੇਰੇ ਹਿਸਾਬ ਨੂੰ ਤਾਂ ਲੱਖਾਂ ਦੇ ਕਰੀਬ ਹੀ ਆਉਂਦੇ ਹੋਣੇ ਜੀ ਜੇ ਹੁਣ ਦੇਖਿਆ ਜਾਵੇ। ਪਰ ਸਾਡੇ ਉਹਨਾਂ ਨੂੰ ਅਣਦੇਖਿਆ ਕਰਕੇ ਨਾ ਜੀ ਬਾਹਰ ਦੇ ਬੰਦਿਆਂ ਨੂੰ ਕੰਮ ਦੇਤਾ। ਚੰਦ ਬੰਦੇ, ਕਿੰਨੇ ਕੁ ਬੰਦੇ ਹੋ ਸਕਦੇ ਜੀ, 5 ਜਾਂ 7 ਬੰਦੇ ਆ ਜੀ ਡੈਂਪ ਵਾਲੇ, ਉਹਨਾਂ ਨੂੰ ਕੰਮ ਦੇਤਾ ਜੀ। ਤੇ ਉਹਨਾਂ ਨੇ ਕਿਆ ਕੀਤਾ ਜੀ, ਫੈਕਟਰੀ ਨਾਲ ਮਿਲ ਕੇ ਜੀ ਘੱਟ ਰੇਟ ਲੈ ਕੇ ਉਹ ਉੱਪਰ ਦੀਆਂ ਗੱਡੀਆਂ ਨੂੰ, ਬਾਹਰ ਦੀਆਂ ਗੱਡੀਆਂ ਨੂੰ ਕੰਮ ਦੇ ਰਹੇ, ਸਾਡੀਆਂ ਗੱਡੀਆਂ ਨੂੰ ਕੋਈ ਕੰਮ ਨਹੀਂ ਦੇ ਰਹੇ, ਜਦ ਕਿ ਸਾਡੀਆਂ ਗੱਡੀਆਂ ਖੜੀਆਂ ਵਾ ਜੀ। ਤੇ ਬਿਲਕੁਲ ਇਹਨਾਂ ਨੇ ਕਿਹਾ ਕਿ ਸਾਡੀਆਂ ਗੱਡੀਆਂ ਖੜੀਆਂ ਹੋਈਆਂ ਨੇ, ਚੰਦ ਬੰਦਿਆਂ ਨੂੰ ਕੰਮ ਦਿੱਤਾ ਜਾ ਰਿਹਾ, ਜਦ ਕਿ ਜਿਹੜੇ ਆ ਹਲਕੇ ਦੇ, ਖਾਸ ਕਰਕੇ ਅਨੰਦਪੁਰ ਸਾਹਿਬ ਹਲਕੇ ਦੀ ਗੱਲ ਕਰੀਏ, ਇਸ ਹਲਕੇ ਦੇ 56 ਪਿੰਡਾਂ ਦੇ ਲੋਕਾਂ ਨੂੰ ਅਣਦੇਖਾ ਕੀਤਾ ਜਾ ਰਿਹਾ। ਕਿਤੇ ਨਾ ਕਿਤੇ ਸਵਾਲ ਜਿਹੜਾ ਹੈ ਉਹ ਪੰਜਾਬ ਸਰਕਾਰ ਤੇ ਵੀ ਜਿਹੜਾ ਹੈਗਾ ਹੈ, ਕਿਉਂਕਿ ਪੰਜਾਬ ਸਰਕਾਰ ਖਾਸ ਕਰਕੇ ਕੈਬਨਿਟ ਮੰਤਰੀ ਦੇ ਵੀ ਸਵਾਲ ਹੈਗਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੀ ਬਾਂਹ ਕਿਉਂ ਨਹੀਂ ਫੜ ਰਹੇ, ਕਿਉਂਕਿ ਇਹਨਾਂ ਨੂੰ 1 ਮਹੀਨਾ ਜਿਹੜਾ ਹੋ ਗਿਆ ਕਰੀਬ ਧਰਨੇ ਤੇ ਬੈਠਿਆਂ ਨੂੰ, ਤੇ ਹਰ ਥਾਂ ਤੇ ਧਰਨੇ ਦੇ ਰਹੇ ਨੇ। ਭਾਵੇਂ ਸੁਸਾਇਟੀ ਦੀ ਗੱਲ ਕਰੀਏ, ਮੰਤਰੀ ਸਾਹਿਬ ਨੇ ਜਿਵੇਂ ਇਹਨਾਂ ਨੇ ਦੱਸਿਆ ਕਿ ਵਿਸ਼ਵਾਸ ਜ਼ਰੂਰ ਦਵਾਇਆ ਕਿ ਤੁਹਾਡਾ ਕੰਮ ਹੈ, ਤੁਹਾਨੂੰ ਮਿਲੇਗਾ, ਪਰ 1 ਮਹੀਨਾ ਬੀਤ ਜਾਣ ਤੋਂ ਬਾਅਦ ਹੁਣ ਤੱਕ ਕੋਈ ਹੱਲ ਨਹੀਂ ਨਿਕਲਿਆ। ਬੇਸ਼ੱਕ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਵੀ ਇਹਨਾਂ ਦੀਆਂ ਮੀਟਿੰਗਾਂ ਹੋਈਆਂ, ਪਰ ਹਾਲਾਤ ਜਿਹੜੇ ਆ ਉਹ ਜਿਉਂਦੇ ਤਿਉਂ ਬਣੇ ਆ। ਲੋਕਾਂ ਨੂੰ ਮੁੜ ਕੇ ਜਿਹੜਾ ਧਰਨੇ ਦੇਣੇ ਪੈ ਰਹੇ ਆ। ਜਿਵੇਂ ਵੀਰ ਸਿੰਘ ਉਹਨਾਂ ਨੇ ਕਿਹਾ ਕਿ ਜੇ ਇਹਨਾਂ ਨੂੰ ਲੋੜ ਪਈ ਤਾਂ ਚੱਕਾ ਜਾਮ ਕਰਨਗੇ ਔਰ ਧਰਨਾ ਪ੍ਰਦਰਸ਼ਨ ਕਰਨਗੇ, ਕਿਤੇ ਵੀ ਹੱਦ ਤੱਕ ਜਾਣਗੇ। ਹੋ ਸਕਦਾ ਇਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਡੰਪ ਲੱਗੇ ਨੇ ਉਹਨਾਂ ਦੇ ਅੱਗੇ ਜਾ ਕੇ ਬੈਠਣਾ ਹੈ। ਜੇ ਕਿਤੇ ਇਹਨਾਂ ਨੇ ਵੀ ਇੱਥੇ ਤੱਕ ਵੀ ਕਹਿ ਦਿੱਤਾ ਹੈ ਕਿ ਕੋਈ ਲੜਾਈ ਝਗੜਾ ਹੁੰਦਾ ਹੈ ਤਾਂ ਉਹਦੀ ਜ਼ਿੰਮੇਵਾਰੀ ਹੈ ਉਹ ਜਿਹੜੀ ਪ੍ਰਸ਼ਾਸਨ ਦੀ ਤੇ ਡੰਪ ਵਾਲਿਆਂ ਦੀ ਹੋਵੇਗੀ। ਸਾਡੇ ਨਾਲ ਟਰਾਂਸਪੋਰਟਰ ਹੋਰ ਨੇ, ਗੱਲਬਾਤ ਜ਼ਰੂਰ ਕਰਾਂਗੇ। ਲੱਕੀ ਜੀ, ਕੀ ਲੱਗਦਾ ਤੁਹਾਨੂੰ, ਕਿਉਂਕਿ ਏਰੀਆ ਜਿਵੇਂ ਇਹਨੇ ਦੱਸਿਆ 56 ਪਿੰਡ ਨੇ, ਬੀਤੇ ਦਿਨ ਜਿਹੜੀ ਗੱਲ ਸਾਹਮਣੇ ਆਈ ਸੀ, ਸਾਸਾ ਨੰਗਲ ਵਾਲਿਆਂ ਨੇ ਕਹਿਤਾ ਸੀ ਕਿ ਸਾਡਾ ਏਰੀਆ ਸੁਸਾਇਟੀ ਤੋਂ ਬਾਹਰ ਹੈ, ਉਹ ਕਹਿੰਦੇ ਅਸੀਂ ਆਪਣੇ ਡੰਪ ਲਾ ਲਿਆ। ਤੁਸੀਂ ਉੱਥੇ ਜਾ ਕੇ ਆਪਣਾ ਜਿਹੜਾ ਹੱਕ ਜਤਾ ਰਹੇ ਹੋ ਕਿ ਸਾਡੀ ਸੁਸਾਇਟੀ ਦਾ ਏਰੀਆ ਹੈ,
ਤੁਸੀਂ ਸੈਕਟਰੀ ਆ ਸੁਸਾਇਟੀ ਦੇ ਵਿੱਚ, ਲੱਗਦਾ ਵੀ ਉਹ ਜਿਹੜਾ ਪਿੰਡ ਸਰਸਾ ਨੰਗਲ ਹੈਗਾ ਤੁਹਾਡੇ ਏਰੀਆ ਦੇ ਵਿੱਚ? ਦੇਖੋ ਸਰ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਏ ਬਈ 3-4 ਸਾਲ ਪਹਿਲਾਂ ਦੀ ਗੱਲ ਹੈ ਇਹ, ਵੀ ਕੁਝ ਗੱਡੀਆਂ ਵਾਲੇ ਸਾਡੇ ਕੋਲ ਇਕੱਠੇ ਹੋ ਕੇ ਆਏ ਸੀਗੇ ਤੇ ਉਹਨੇ ਦੱਸਿਆ ਸੀਗਾ ਵੀ ਨਾ ਹੀ ਸਾਡੀਆਂ ਗੱਡੀਆਂ ਰੋਪੜ ਵਾਲੇ ਲੈ ਰਹੇ ਆ, ਨਾ ਹੀ ਸਾਨੂੰ ਕੋਈ ਹੋਰ ਰੋਜ਼ਗਾਰ ਮਿਲ ਰਿਹਾ। ਫਿਰ ਉਹਨੇ ਸਾਨੂੰ ਇੱਕ ਲੈਟਰ ਵੀ ਦਿੱਤਾ ਹੋਇਆ ਹੈ ਜਿਸ ਵਿੱਚ ਜਿਹੜੇ 4-5 ਪਿੰਡ ਵਾਲੇ ਦੇ ਹੈਗੇ ਆ ਸਰਸਾ ਨੰਗਲ ਸਮੇਤ ਬਕਾਇਦਾ ਸਰਪੰਚਾਂ ਦੀਆਂ ਸਟੈਂਪਾਂ ਲੱਗੀਆਂ ਹੋਈਆਂ ਵੀ ਭਾਈ ਜਿਹੜੇ ਸਾਡੀਆਂ ਗੱਡੀਆਂ ਏ ਇਹਨਾਂ ਨੂੰ ਟਰਾਂਸਪੋਰਟ ਸੋਸਾਇਟੀ ਕੀਰਤਪੁਰ ਸਾਹਿਬ ਵਿੱਚ ਦਰਜ ਕੀਤਾ ਜਾਵੇ, ਕਿਉਂਕਿ ਇਹਨਾਂ ਕੋਲ ਕੋਈ ਕੰਮ ਨਹੀਂ ਹੈਗਾ। ਤੇ ਸਾਡੇ ਕੋਲ ਉਹਨਾਂ ਗੱਡੀਆਂ ਦੀਆਂ ਫਾਈਲਾਂ ਵੀ ਹੈਗੀਆਂ ਤੇ ਉਹਨਾਂ ਗੱਡੀਆਂ ਵਾਲਿਆਂ ਨੇ ਇਹ ਵੀ ਸਾਨੂੰ ਕਿਹਾ ਹੈ ਵੀ ਜਿੱਥੇ ਵੀ ਦੀ ਕੀਰਤਪੁਰ ਟਰਾਂਸਪੋਰਟ ਸੋਸਾਇਟੀ ਨੂੰ ਸਾਡੀ ਜ਼ਰੂਰਤ ਪਊਗੀ ਅਸੀਂ ਤੁਹਾਡੇ ਨਾਲ ਖੜਾਂਗੇ, ਵੀ ਜੇ ਸਾਡੇ ਏਰੀਆ 'ਚ ਕੋਈ ਕੰਮ ਵੀ ਆਇਆ ਅਸੀਂ ਤੁਹਾਡੇ ਨਾਲ ਖੜ ਕੇ ਉਹ ਕੰਮ ਵੀ ਦਵਾਵਾਂਗੇ। ਦੂਜੀ ਗੱਲ ਮੈਂ ਇਹ ਵੀ ਸਰਕਾਰ ਨੂੰ ਦੱਸਣਾ ਚਾਹੁੰਦਾ ਏ, ਦੇਖੋ ਅਲਟਰਾਟੈਕ ਕੰਪਨੀ ਆ ਸਾਨੂੰ ਫਰਵਰੀ ਮਹੀਨੇ ਤੋਂ ਲੈ ਕੇ 2023 ਫਰਵਰੀ ਮਹੀਨੇ ਤੋਂ ਲੈ ਕੇ ਜੁਲਾਈ ਮਹੀਨੇ ਤੱਕ ਕੰਮ ਦਿੱਤਾ, ਜਿਹਦੇ ਵਿੱਚ ਅਸੀਂ ਲਗਭਗ 1 ਕਰੋੜ ਦੇ ਪਲੱਸ ਅਸੀਂ GST ਜਮ੍ਹਾਂ ਕਰਾਇਆ ਤੇ 2% ਦੇ ਹਿਸਾਬ ਨਾਲ 25 ਤੋਂ 30 ਲੱਖ ਰੁਪਇਆ ਅਸੀਂ TDS ਜਮ੍ਹਾਂ ਕਰਾਇਆ। ਇੱਥੇ ਇਹ ਵੀ ਦੱਸਣੇ ਵਾਲੀ ਗੱਲ ਹੈਗੀ ਵੀ ਇਹਨਾਂ ਨਾਲ ਟਰੱਕਾਂ ਦੀ ਥੋੜੀ ਮਦਦ ਨਹੀਂ ਹੋ ਰਹੀ, ਜਿੱਦਾਂ ਅਸੀਂ GST ਜਮ੍ਹਾਂ ਕਰਾਇਆ TDS ਜਮ੍ਹਾਂ ਕਰਵਾਇਆ, ਸਰਕਾਰ ਦੀ ਵੀ ਮਦਦ ਹੋ ਰਹੀ ਹੈ। ਹੁਣ ਜਿਹੜੇ ਇੱਥੇ ਬਾਹਰ ਦੇ ਬੰਦੇ ਆ ਕੇ ਹਿਮਾਚਲ ਦੀਆਂ ਗੱਡੀਆਂ ਲੋਡ ਕਰਵਾ ਰਹੇ ਆ, ਉਹਨਾਂ ਤੋਂ ਇਹ ਪੁੱਛਿਆ ਜਾਵੇ ਕਿ ਤੁਸੀਂ ਸਰਕਾਰ ਨੂੰ ਕਿਹੜਾ ਟੈਕਸ ਜਮ੍ਹਾਂ ਕਰਾ ਰਹੇ, ਚਾਹੇ ਉਹ TDS ਹੈ ਚਾਹੇ ਉਹ GST ਹੈ, ਠੀਕ ਹੈ ਨਾ। ਬਿਲਕੁਲ ਜੀ, ਇੱਕ ਵੱਡਾ ਸਵਾਲ ਹੈ ਇਹਨਾਂ ਦਾ ਸਰਕਾਰ ਨੂੰ, ਖਾਸ ਕਰਕੇ ਸੂਬਾ ਸਰਕਾਰ ਨੂੰ, ਕਿ ਅਸੀਂ GST ਦਾ ਜਿਹੜਾ ਪੈਸਾ ਹੈ ਉਹ ਕਰੋੜਾਂ ਰੁਪਈਆ ਸੂਬਾ ਸਰਕਾਰ ਨੂੰ ਜਮ੍ਹਾਂ ਕਰਾਇਆ ਹੈ ਸਾਲ 2023 ਤੋਂ ਜਨਵਰੀ ਤੋਂ ਲੈ ਕੇ ਜੁਲਾਈ ਮਹੀਨੇ ਤੱਕ। ਇਸ ਤੋਂ ਇਲਾਵਾ ਜਿਹੜਾ 2% ਜਿਹੜਾ ਸੁਸਾਇਟੀ ਦਾ ਜਮ੍ਹਾਂ ਹੁੰਦਾ ਹੈ ਉਹ ਵੀ ਲਗਭਗ ਇਹਨਾਂ ਕਿਹਾ ਕਿ 25 ਲੱਖ ਤੋਂ ਵੱਧ ਜਿਹੜਾ ਹੈ ਉਹ ਅਸੀਂ ਸਰਕਾਰ ਨੂੰ ਜਮ੍ਹਾਂ ਕਰਾ ਚੁੱਕੇ ਹਾਂ। ਇੱਕ ਪਾਸੇ ਸਰਕਾਰ ਨੂੰ ਜਿਹੜਾ ਇਹ ਸੁਸਾਇਟੀ ਦਾ ਪੈਸਾ ਜਿਹੜਾ ਆ ਰਿਹਾ ਕਿ ਭਾਵੇਂ GST ਦਾ ਇਹ ਭਾਵੇਂ ਜਿਹੜੀ 2% ਇਹਨਾਂ ਦੀ ਯੂਨੀਅਨ ਦੀ ਪਰਚੀ ਹੈ ਉਹ ਆਂਦੀ ਹੈ, ਉਹਦਾ ਪੈਸਾ ਆ ਰਿਹਾ, ਤੇ ਦੂਜੇ ਪਾਸੇ ਜਿਹੜਾ ਹਿਮਾਚਲ ਦੇ ਟਰੱਕ ਹੈ ਉਹ ਲੱਖਾਂ ਕਰੋੜਾਂ ਰੁਪਏ ਦਾ ਜਿਹੜਾ ਚੂਨਾ ਹੈ ਪੰਜਾਬ ਦੀ ਸਰਕਾਰ ਨੂੰ ਵੀ ਲਾ ਰਹੇ, ਤੇ ਇਹ ਜਿਹੜੇ ਟਰਾਂਸਪੋਰਟ ਸੁਸਾਇਟੀ ਦੇ ਜਿਹੜੇ ਲੋਕ ਹੈ ਇਹਨਾਂ ਨੂੰ ਵੀ ਚੂਨਾ ਲੱਗ ਰਿਹਾ। ਕਿਤੇ ਨਾ ਕਿਤੇ ਸੂਬਾ ਸਰਕਾਰ ਨੂੰ ਇਹਨਾਂ ਵੱਲ ਸੋਚਣਾ ਜ਼ਰੂਰ ਚਾਹੀਦਾ ਔਰ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਕਰੋੜਾਂ ਰੁਪਏ ਦਾ ਜਿਹੜਾ ਹੈ ਉਹ ਪੰਜਾਬ ਸਰਕਾਰ ਨੂੰ ਜਿਹੜਾ ਘਾਟਾ ਪੈ ਰਿਹਾ, ਤੇ ਜਿਹੜਾ ਉਸ ਵੱਲ ਧਿਆਨ ਦੇਣਾ ਚਾਹੀਦਾ ਹੈ। ਕੈਮਰਾਮੈਨ ਦੀਪ ਰਾਣਾ ਦੇ ਨਾਲ ਬੁੱਧ ਸਿੰਘ ਰਾਣਾ, ਪੰਜਾਬੀ ਲੋਕ ਚੈਨਲ। ਸੁਸਾਇਟੀ ਵਾਲਿਆਂ ਨੇ ਕੀ ਦੇਖਿਆ? ਦੇਖੋ, ਸੁਸਾਇਟੀ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ। ਪੰਜਾਬ ਦੇ ਵਿੱਚ ਕੋਈ ਵੀ ਯੂਨੀਅਨ ਜਾਂ ਸੁਸਾਇਟੀ ਬਾਰੇ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਮਾਨਤਾ ਨਹੀਂ ਹੈਗੀ ਹੈ। ਤੇ ਬਾਕੀ ਜਿਹੜਾ ਮਾਲ ਜਾ ਰਿਹਾ ਹੈਗਾ ਉੱਥੋਂ ਕੋਈ ਵੀ ਗੱਡੀ ਉਹ ਜੋ ਰੇਟ ਰੱਖਿਆ ਉਹਨਾਂ ਨੇ ਕੰਪਨੀ ਵੱਲੋਂ ਹੈਗਾ, ਕੋਈ ਵੀ ਭਰ ਸਕਦਾ ਮਾਲ, ਕਿਸੇ ਨੂੰ ਵਿੱਚ ਮਨਾਹੀ ਨਹੀਂ ਹੈ। ਔਰ ਡੈਂਪ ਲੱਗਣ ਦੇ ਨਾਲ ਉਸ ਪਿੰਡ ਨੂੰ, ਸਰਸਾ ਨੂੰ ਦੀ ਜਿਹੜੀਆਂ ਜ਼ਮੀਨਾਂ ਉੱਥੇ ਜੋ ਫਸਲਾਂ ਨੂੰ ਜਾਨਵਰ ਉਜਾੜਦੇ ਸੀ ਤੇ ਉਹਨਾਂ ਨੂੰ ਇੱਕ ਚੰਗੀ ਇਨਕਮ ਦਾ ਸਾਧਨ ਬਣ ਗਿਆ, ਤੇ ਨਾਲ ਉੱਥੇ ਹੋਰ ਵੀ ਉਹਨਾਂ ਨੂੰ ਕਈ ਕੰਮਾਂ ਦਾ ਫਾਇਦਾ ਮਿਲਿਆ ਹੈ। ਇਸ ਕਰਕੇ ਜਿਹੜੇ ਕੰਮ ਹੈਗੇ ਜੇ ਚੱਲਦੇ ਰਹਿਣਗੇ ਤਾਂ ਹੀ ਸਭ ਦਾ ਇਹਦੇ 'ਚ ਫਾਇਦਾ ਹੈ। ਸੁਸਾਇਟੀ ਵਾਲੇ ਕਹਿੰਦੇ ਵੀ ਬਣਦਾ ਕਿਸੇ ਹੋਰ ਦਾ ਨਹੀਂ ਬਣਦਾ, ਪਰ ਹਿਮਾਚਲ ਦੀਆਂ ਗੱਡੀਆਂ ਢੋਂਦੀਆਂ। ਨਹੀਂ, ਹੱਕ ਨਹੀਂ ਬਣਨ ਵਾਲੀ ਗੱਲ ਕੋਈ ਵੀ ਹੈਗੀ ਹੈ। ਚਾਹੇ ਪੰਜਾਬ ਹੈ, ਚਾਹੇ ਹਰਿਆਣਾ ਹੈ, ਚਾਹੇ ਰਾਜਸਥਾਨ ਹੈ, ਚਾਹੇ ਜੰਮੂ ਕਸ਼ਮੀਰ ਹੈ, ਸਭ ਜਗ੍ਹਾ 'ਤੇ ਟਰਾਂਸਪੋਰਟਰਾਂ ਦੇ ਰਾਹੀਂ ਕੰਮ ਹੋ ਰਿਹਾ। ਇਹ ਵੀ ਜਿਹੜੇ ਕਹਿ ਰਹੇ ਆ ਇਹ ਵੀ ਗੱਡੀਆਂ ਭਰ ਕੇ ਲਿਆਉਂਦੇ ਆ, ਜੰਮੂ ਤੋਂ ਸਾਡਾ ਮਾਲ ਵੀ ਲੈ ਕੇ ਆਏ ਆ। ਇਹ ਜੋ ਰੇਟ ਉੱਥੇ ਦੇ ਹੁੰਦੇ ਉਹਦੇ ਮੁਤਾਬਕ ਭਰਦਾ ਸਰ। ਅਸੀਂ ਵੀ ਇਹਨਾਂ ਨੂੰ ਕਹਿੰਦੇ ਜੇ ਜੋ ਰੇਟ ਚੱਲ ਰਿਹਾ ਤੁਸੀਂ ਵੀ ਭਰ ਲਓ, ਅਸੀਂ ਕਿਸੇ ਨੂੰ ਮਨਾ ਨਹੀਂ ਕਰਦੇ।